Hello everyone, welcome to Victor's Knowledge. This is Chinu Sharma, and today in this lecture we are going to take up a very important topic. So ਅੱਜ ਦੇ ਇਸ ਲੈਕਚਰ ਦੇ ਅੰਦਰ ਆਪਾਂ ਦੋ ਅਲੱਗ-ਅਲੱਗ ਰਿਕਰੂਟਮੈਂਟਸ ਦੇ ਲਈ ਇੰਪੋਰਟੈਂਟ ਟੌਪਿਕ ਕਵਰ ਕਰਾਂਗੇ। ਸੋ ਇਸ ਲੈਕਚਰ ਦੇ ਵਿੱਚ ਮੈਂ ਤੁਹਾਡੇ ਨਾਲ MCQ ਦੀ ਫਾਰਮ ਦੇ ਵਿੱਚ ਲੀਗਲ ਰੀਜ਼ਨਿੰਗ ਕਵਰ ਅਪ ਕਰੂੰਗੀ ਤੇ ਜਿਹੜੀ ਲੀਗਲ ਰੀਜ਼ਨਿੰਗ ਹੈ ਇੱਕ ਤਾਂ ਇਹ ਸਬ ਇੰਸਪੈਕਟਰ ਐਗਜ਼ਾਮ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਐਂਡ ਸੈਕੰਡਲੀ ਜਿਹੜੇ ਇਹਦੇ ਵਿੱਚ ਐਕਟਸ ਦੇ ਕੁਐਸਚਨਸ ਕਵਰ ਅਪ ਕੀਤੇ ਨੇ ਉਹ ਲੀਗਲ ਸਪੋਰਟ TSS ਕਨਸਟੇਬਲ ਰਿਕਰੂਟਮੈਂਟ ਦੇ ਸਿਲੇਬਸ ਦੇ ਅਕੋਰਡਿੰਗ ਕਵਰ ਕੀਤੇ ਨੇ ਤੇ ਨਾਲ ਹੀ ਕੁਝ ਬਹੁਤ ਇੰਪੋਰਟੈਂਟ ਪੋਲਿਟੀ ਦੇ ਕੁਐਸਚਨਸ ਵੀ ਆਪਾਂ ਐਂਡ ਤੇ ਦੇਖਾਂਗੇ। So we are starting with CRPC. So section 162 CRPC ਦਾ ਕੀ ਦੀ ਪ੍ਰੋਟੈਕਸ਼ਨ ਦੀ ਗੱਲ ਕਰਦਾ ਹੈ। ਸੋ ਇਹਦਾ ਰਾਈਟ ਆਨਸਰ ਹੈ ਆਪਸ਼ਨ A ਅਕਿਊਜ਼ਡ, ਜਿਹਦੇ ਉੱਤੇ ਕਿਸੇ ਵੀ ਕ੍ਰਾਈਮ ਦਾ ਇਲਜ਼ਾਮ ਲੱਗਿਆ ਹੋਵੇ ਹਜੇ ਉਹ ਬੰਦਾ ਗਿਲਟੀ ਪ੍ਰੂਵ ਨਹੀਂ ਹੋਇਆ, ਸਿਰਫ ਔਰ ਸਿਰਫ ਇੱਕ ਟ੍ਰਾਇਲ ਦੇ ਵਿੱਚ ਇਨਵੈਸਟੀਗੇਸ਼ਨ ਸਟਾਰਟ ਹੋ ਰਹੀ ਹੈ, ਕੋਈ ਇਨਕੁਆਇਰੀ ਸਟਾਰਟ ਹੋ ਰਹੀ ਹੈ। ਸੋ ਉਸ ਬੰਦੇ ਦੀ ਜਿਹੜੀ ਇੱਕ ਪ੍ਰੋਟੈਕਸ਼ਨ ਹੈ ਕਿਸੇ ਵੀ ਅਕਿਊਜ਼ਡ ਦੀ, ਉਹਦੇ ਲਈ ਜਿਹੜਾ ਪ੍ਰੋਸੀਜਰ ਹੈ ਉਹਦੀ ਗੱਲ ਹੋ ਰਹੀ ਹੈ ਸੈਕਸ਼ਨ 162 ਅੰਦਰ। ਨੈਕਸਟ ਇਸੇ ਸੈਕਸ਼ਨ ਨਾਲ ਰਿਲੇਟਡ ਹੈ that ਇਹ ਕਿਸ ਤਰ੍ਹਾਂ ਦੀ ਪ੍ਰੋਟੈਕਸ਼ਨ ਹੈ। ਸੋ the protection under section 162 of CRPC is ਇਹਦਾ ਰਾਈਟ ਆਨਸਰ ਹੈ ਆਪਸ਼ਨ D, ਸਿਰਫ ਉਦੋਂ ਅਵੇਲੇਬਲ ਹੁੰਦੀ ਹੈ ਜਦੋਂ ਕੋਈ ਕ੍ਰਿਮੀਨਲ ਇਨਕੁਆਇਰੀ ਹੋਵੇ ਜਾਂ ਟ੍ਰਾਇਲ ਹੋਵੇ ਇਨ ਰਿਸਪੈਕਟ ਆਫ offense under investigation। ਸੋ ਜਦੋਂ ਵੀ ਤੁਸੀਂ IPC CRPC ਐਵੀਡੈਂਸ ਦੇ ਕੁਐਸਚਨ ਤਿਆਰ ਕਰਨੇ ਨੇ ਕਿਸੇ ਵੀ ਪੁਲਿਸ ਐਗਜ਼ਾਮ ਦੇ ਲਈ, ਚਾਹੇ ਸਬ ਇੰਸਪੈਕਟਰ ਹੈ, ਕਾਂਸਟੇਬਲ ਦਾ ਐਗਜ਼ਾਮ ਹੈ, ਤੁਸੀਂ ਜ਼ਿਆਦਾ ਫੋਕਸ ਉਹਨਾਂ ਸੈਕਸ਼ਨਸ ਉੱਤੇ ਕਰਨਾ ਹੈ ਜਿਹੜੇ ਡਾਇਰੈਕਟਲੀ ਇਨਡਾਇਰੈਕਟਲੀ ਪੁਲਿਸ ਦੇ ਨਾਲ ਰਿਲੇਟਡ ਨੇ। ਨੈਕਸਟ ਕੁਐਸਚਨ, ਅੰਡਰ ਦ ਪ੍ਰੋਵੀਜ਼ਨ ਆਫ CRPC 1973 ਕਨਫੈਸ਼ਨ। ਸੋ ਕਨਫੈਸ਼ਨ ਕਿਹਦੇ ਅੱਗੇ ਕੀਤਾ ਜਾਂਦਾ ਹੈ? ਆਪਸ਼ਨ B is right answer, only the magistrate enjoys the power of recording confession। ਸੋ ਜਿਹੜੀ ਵੀ ਕਨਫੈਸ਼ਨ ਕੋਈ ਬੰਦਾ ਆਪਣਾ ਕੋਈ ਜੁਰਮ ਕਬੂਲ ਰਿਹਾ, ਕੋਈ ਗੱਲ ਰੱਖ ਰਿਹਾ, ਜਿਹੜਾ ਵੀ ਕਨਫੈਸ਼ਨ ਮੈਜਿਸਟ੍ਰੇਟ ਦੇ ਅੱਗੇ ਕੀਤਾ ਜਾਊਗਾ ਉਹੀ ਕਨਫੈਸ਼ਨ ਇੱਕ ਵੈਲਿਡ ਕਨਫੈਸ਼ਨ ਵੀ ਮੰਨਿਆ ਜਾਂਦਾ ਹੈ। ਨੈਕਸਟ ਹੈ which of the following is true of section 31 CRPC। ਸੋ ਸੈਕਸ਼ਨ 31 ਨੂੰ ਲੈ ਕੇ A and B ਦੋਨੋਂ ਆਪਸ਼ਨ ਬਿਲਕੁਲ ਸਹੀ ਨੇ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ D। ਸੋ ਆਪਾਂ ਨੂੰ ਆਪਸ਼ਨ A ਕੀ ਕਹਿ ਰਹੀ ਹੈ? It relates to quantum of punishment that the court has jurisdiction to pass where the accused is convicted of 2 or more offenses at one trial। ਸੋ ਜਦੋਂ ਕਿਸੇ ਵੀ ਇਨਸਾਨ ਨੇ, ਕਿਸੇ ਅਕਿਊਜ਼ ਨੇ, ਮੁਜਰਿਮ ਨੇ ਇੱਕ ਜਾਂ ਇੱਕ ਤੋਂ ਜ਼ਿਆਦਾ offense ਕੀਤੇ ਹੋਣ, ਕ੍ਰਾਈਮ ਕੀਤੇ ਹੋਣ, ਪਰ ਉਹਨਾਂ ਕ੍ਰਾਈਮ ਦਾ ਜਿਹੜਾ ਟ੍ਰਾਇਲ ਹੈ ਉਹ ਇੱਕ ਚੱਲ ਰਿਹਾ ਹੋਵੇ, ਸੋ ਉਸ ਸਮੇਂ ਜਿਹੜੀ ਕੋਰਟ ਹੈ ਉਹਦੇ ਕੋਲ ਰਾਈਟ ਹੈ ਕਿ ਉਹ ਇਕੱਠਾ ਪਨਿਸ਼ਮੈਂਟ ਆ ਜਿਹੜੀ ਉਹਨੂੰ ਕੈਲਕੂਲੇਟ ਕਰਕੇ ਡਿਸੀਜਨ ਦੇ ਸਕਦੀ ਹੈ, ਜਜਮੈਂਟ ਪਾਸ ਕਰ ਸਕਦੀ ਹੈ। ਤੇ ਇਹ ਇੱਕ ਪ੍ਰੋਸੀਜਰਲ ਲਾਅ ਦਾ ਰੂਲ ਹੈ। ਆਪਾਂ ਨੂੰ ਪਤਾ ਹੈ ਕਿ ਜਿਹੜੀ IPC ਹੈ ਉਹ ਇੱਕ ਸਬਸਟੈਂਟਿਵ ਲਾਅ ਹੈ ਤੇ CRPC ਇੱਕ ਪ੍ਰੋਸੀਜਰਲ ਲਾਅ ਹੈ। ਸੋ ਇਹ ਦੋਨੋਂ ਆਪਸ਼ਨ ਬਿਲਕੁਲ ਸਹੀ ਨੇ। So next is very important question. The term taking cognizance under the provision of Code of Criminal Procedure 1973 means। So taking cognizance ਦਾ ਮਤਲਬ ਹੈ ਕਿ ਜਦੋਂ ਕੋਈ ਵੀ judicial authority ਕਿਸੇ matter ਦਾ ਆਪ notice ਲਵੇ। So the right answer is option C, taking notice of the matter judicially। Next, for the application of section 300 of Code of Criminal Procedure 1973, it is not necessary। So ਜੇ ਆਪਾਂ ਨੇ section 300 ਦੇ ਅੰਦਰ CRPC ਦੇ application ਲਗਾਉਣੀ ਹੈ, ਉਹਦੇ ਲਈ ਜਿਹੜੀ ਚੀਜ਼ ਜ਼ਰੂਰੀ ਨਹੀਂ ਹੈ ਉਹ ਹੈ option B, for the accused to be acquitted in the previous trial। ਜੇ ਪਹਿਲਾਂ ਵੀ ਕਿਸੇ ਬੰਦੇ ਉੱਤੇ ਕੋਈ ਟ੍ਰਾਇਲ ਚੱਲ ਰਿਹਾ ਤਾਂ ਜ਼ਰੂਰੀ ਨਹੀਂ ਕਿ ਉਹ accused ਉਸ ਟ੍ਰਾਇਲ ਦੇ ਵਿੱਚ ਬਰੀ ਹੋਵੇ, ਆਪਾਂ section 300 ਦੇ ਅੰਦਰ application ਲਗਾ ਸਕਦੇ ਹਾਂ। Next is section 39 and 40 of CRPC make it mandatory to give information regarding commission of certain offence। Such information can be given to। So CRPC ਦਾ section 39 ਤੇ 40 ਕਹਿੰਦਾ ਹੈ ਵੀ ਕਿਸੇ offence ਦੀ information ਜਦੋਂ ਹੋ ਰਿਹਾ ਦੇਣੀ ਜ਼ਰੂਰੀ ਹੈ।
ਸੋ ਇਹ ਸੈਕਸ਼ਨ ਦੇ ਮੁਤਾਬਿਕ ਕਿਹਨੂੰ ਇਨਫੋਰਮੇਸ਼ਨ ਦੇਣੀ ਜ਼ਰੂਰੀ ਹੈ ਜਦੋਂ ਕੋਈ ਵੀ offense ਹੁੰਦਾ ਦੇਖ ਰਿਹਾ ਹੈ ਰਿਗਾਰਡਿੰਗ ਕਮਿਸ਼ਨ ਆਫ ਸਰਟਨ offenses, ਤਾਂ ਇਹਦਾ ਰਾਈਟ ਆਨਸਰ ਹੈ ਆਪਸ਼ਨ ਸੀ, either to a magistrate or to a police officer. Next is laying of trap. ਸੋ ਆਪਾਂ ਬਹੁਤ ਵਾਰੀ ਇਹ ਟਰਮ ਸੁਣੀ ਹੈ ਕਿ ਪੁਲਿਸ ਨੇ ਜਾਲ ਵਿਛਾਇਆ ਕਿਸੇ ਨੂੰ ਫੜਨ ਦੇ ਲਈ। ਸੋ ਲੇਇੰਗ ਆਫ ਟ੍ਰੈਪ ਇੱਕ ਇਨਵੈਸਟੀਗੇਸ਼ਨ ਦਾ ਹੀ ਪਾਰਟ ਹੈ। ਸੋ ਨੈਕਸਟ ਹੁਣ ਬਹੁਤ ਇੰਪੋਰਟੈਂਟ ਸੈਕਸ਼ਨ ਹੈ ਸਪੈਸ਼ਲੀ ਰਿਲੇਟਡ ਟੂ ਦਿਸ ਐਗਜ਼ਾਮ। ਸੋ ਸੈਕਸ਼ਨ 41B CRPC ਦਾ ਕਹਿੰਦਾ ਹੈ ਵੀ ਜਿਹੜਾ ਮੈਮੋਰੈਂਡਮ ਆਫ ਅਰੈਸਟ ਹੈ, ਜਦੋਂ ਕਿਸੇ ਨੂੰ ਅਕਿਊਜ਼ ਨੂੰ ਤੁਸੀਂ ਅਰੈਸਟ ਕਰਨ ਜਾ ਰਹੇ ਹੋ ਤਾਂ ਜਿਹੜਾ ਮੈਮੋਰੈਂਡਮ ਆਫ ਅਰੈਸਟ ਹੈ ਨੰਬਰ 1 ਉਹ ਘੱਟ ਤੋਂ ਘੱਟ ਇੱਕ ਵਿਟਨੈਸ ਦੇ ਦੁਆਰਾ ਅਟੈਸਟ ਹੋਣਾ ਚਾਹੀਦਾ ਹੈ ਤੇ ਜਿਹੜਾ ਵਿਟਨੈਸ ਹੈ ਜਾਂ ਤਾਂ ਉਹ ਅਕਿਊਜ਼ ਦੇ ਜਿਹੜੇ ਪਰਸਨ ਨੂੰ ਤੁਸੀਂ ਅਰੈਸਟ ਕਰਨ ਜਾ ਰਹੇ ਹੋ ਉਹਦਾ ਫੈਮਿਲੀ ਮੈਂਬਰ ਹੋਵੇ। ਜੇ ਉਹਦੀ ਫੈਮਿਲੀ ਵਿੱਚ ਕੋਈ ਪ੍ਰੈਜ਼ੈਂਟ ਨਹੀਂ ਹੈ, ਕਿਤੇ ਉਹ ਇਕੱਲਾ ਰਹਿ ਰਿਹਾ, ਤੁਸੀਂ ਉੱਥੋਂ ਅਰੈਸਟ ਕੀਤਾ ਹੈ, ਤਾਂ ਫਿਰ ਉਸ ਲੋਕੈਲਿਟੀ ਦਾ ਕੋਈ ਵੀ ਰਿਸਪੈਕਟੇਬਲ ਮੈਂਬਰ ਅਰੈਸਟ ਕਰ ਸਕਦਾ ਹੈ। ਨਾਲ ਸੈਕੰਡਲੀ ਜਿਹੜੇ ਪਰਸਨ ਨੂੰ ਅਰੈਸਟ ਕਰ ਰਹੇ ਹੋ ਉਹਦੇ ਤੋਂ ਵੀ ਤੁਸੀਂ ਉਸ ਮੈਮੋਰੈਂਡਮ ਨੂੰ ਸਾਈਨ ਕਰਵਾਓਗੇ। So memorandum of arrest should be countersigned by the person arrested. So right answer here is option D, both A and B. Next section 82 IPC ਦਾ Indian Penal Code ਦਾ provide ਕਰਦਾ ਹੈ ਵੀ ਕੋਈ ਵੀ ਬੱਚਾ ਆਪਾਂ ਨੂੰ ਇਹ ਦੱਸਣਾ ਵੀ ਕਿੰਨੀ ਸਾਲ ਤੋਂ ਛੋਟੀ ਏਜ ਦਾ ਜੇ ਕੋਈ offense ਕਰ ਰਿਹਾ ਤਾਂ ਉਹਦੇ offense ਨੂੰ offense ਨਹੀਂ ਮੰਨਿਆ ਜਾਊਗਾ, ਉਹਨੂੰ ਕੋਈ punishment ਨਹੀਂ ਹੋਊਗੀ, ਉਹਦੇ ਕ੍ਰਾਈਮ ਨੂੰ ਆਪਾਂ ਕ੍ਰਾਈਮ ਨਹੀਂ ਮੰਨਾਂਗੇ। ਸੋ ਸੈਕਸ਼ਨ 82 ਦੇ ਮੁਤਾਬਿਕ ਕੋਈ ਵੀ offense ਜਦੋਂ 7 ਸਾਲ ਤੋਂ ਛੋਟੇ ਬੱਚੇ ਦੇ ਦੁਆਰਾ ਕੀਤਾ ਜਾਂਦਾ ਹੈ it should not be considered as an offense. Under section 82-83 an offense is punishable if it is done by, ਪਰ ਹੁਣ ਜਿਹੜਾ 82 ਸੈਕਸ਼ਨ ਹੈ ਤੇ 83 ਇਹ ਇੱਕ ਐਕਸੈਪਸ਼ਨ ਦੇ ਰਿਹਾ ਹੈ ਵੀ ਕਿਹੜੇ ਕੇਸ ਦੇ ਵਿੱਚ ਤੁਸੀਂ ਜਿਹੜਾ ਇੱਕ ਬੱਚੇ ਦੇ ਦੁਆਰਾ ਕੋਈ ਕ੍ਰਾਈਮ ਕੀਤਾ ਜਾਂਦਾ ਹੈ ਉਹਨੂੰ ਪਨਿਸ਼ੇਬਲ ਕਹਿੰਦੇ ਹੋ। ਸੋ ਜਿੱਥੇ ਬੱਚੇ ਦੀ ਜਿਹੜੀ ਇੱਕ ਤਾਂ ਏਜ 7 ਸਾਲ ਤੋਂ ਉੱਪਰ ਹੋਵੇ ਪਰ 12 ਤੋਂ ਘੱਟ ਹੋਵੇ ਇਹਨਾਂ ਸੈਕਸ਼ਨਸ ਦੇ ਮੁਤਾਬਿਕ, ਤੇ ਜਿਹੜਾ ਬੱਚਾ ਹੈ ਉਹ 7 ਤੋਂ 12 ਸਾਲ ਦੀ ਉਮਰ ਦੇ ਵਿਚਾਲੇ ਦਾ ਹੈ ਪਰ ਉਹਦੇ ਅੰਦਰ ਇੱਕ ਸਫੀਸ਼ੀਐਂਟ ਲੈਵਲ ਦੀ ਮੈਚੋਰਿਟੀ ਹੈ, ਉਹਨੂੰ ਪਤਾ ਹੈ ਕਿ ਜੋ ਕਿਸ ਦਾ ਮਰਡਰ ਕਰ ਰਿਹਾ ਹੈ ਤਾਂ ਉਹਨੂੰ ਸਜ਼ਾ ਹੋ ਸਕਦੀ ਹੈ, ਉਸ ਬੰਦੇ ਦੀ ਉਹਦੇ ਨਾਲ ਡੈਥ ਹੋਊਗੀ। ਸੋ ਜੇ ਕਿਸੇ ਨੂੰ ਸਾਰੇ ਸਰਕਮਸਟੈਂਸਿਸ ਦੀ ਸਮਝ ਹੈ ਕਿ ਜੋ ਕਰ ਰਿਹਾ ਉਹਦਾ ਰਿਜ਼ਲਟ ਕੀ ਹੋਣਾ ਹੈ, ਸੋ ਇਫ ਅ ਚਾਈਲਡ ਹੈਵ ਅਟੇਨਡ ਸਫੀਸ਼ੀਐਂਟ ਮੈਚੋਰਿਟੀ ਐਂਡ ਅੰਡਰਸਟੈਂਡਿੰਗ ਤਾਂ ਚਾਹੇ ਉਹ 7 ਤੋਂ 12 ਸਾਲ ਦੀ ਉਮਰ ਦਾ ਹੈ ਉਹ ਪਨਿਸ਼ੇਬਲ ਹੋਊਗਾ। ਨੈਕਸਟ ਇਜ਼ ਇੱਕ ਮੈਗਜ਼ੀਮ ਹੈ ਐਕਟਸ ਨॉन ਫੇਸਿਟਰੀਆ ਨਿਸੀ ਮੈਨਸਿਟਰੀਆ, ਇਹਦਾ ਮਤਲਬ ਕੀ ਹੈ? ਸੋ ਇਹਦਾ ਮਤਲਬ ਹੈ ਕਿ ਬਿਨਾਂ ਗਿਲਟੀ ਮਾਈਂਡ ਤੋਂ ਕੋਈ ਵੀ ਕ੍ਰਾਈਮ ਨਹੀਂ ਹੋ ਸਕਦਾ। This is very important principle of crime. A hangman who hangs the prisoner pursuant to the order of court is exempt from criminal liability by virtue of. So ਜਿਹੜਾ ਫਾਂਸੀ ਦਿੰਦਾ ਉਸ ਇੱਕ ਪਰਸਨ ਹੈ ਜਿਹੜਾ ਪਾਰਟਿਕੂਲਰ ਹੈਂਗਮੈਨ ਜਿਹਨੂੰ ਆਪਾਂ ਕਹਿੰਦੇ ਆ, ਹੁਣ ਉਹ ਕਿਸੇ ਦੀ ਜਾਨ ਲੈ ਰਿਹਾ ਪਰ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੈ, ਉਹਨੂੰ ਲੀਗਲੀ ਆਥੋਰਾਈਜ਼ਡ ਹੈ, ਕੋਰਟ ਦੇ ਆਰਡਰ ਤੋਂ ਬਾਅਦ ਉਹ ਕਿਸੇ ਨੂੰ ਫਾਂਸੀ ਦਿੰਦਾ ਹੈ ਤੇ ਜਿਹੜੀ ਇਹਦੀ ਕ੍ਰਿਮੀਨਲ ਲਾਇਬਿਲਿਟੀ ਤੋਂ ਐਗਜ਼ੈਂਪਸ਼ਨ ਹੈ ਕਿ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਜ਼ਾ ਨਹੀਂ ਮਿਲੂ, ਉਹਨੂੰ ਇਹ ਨਹੀਂ ਕਿਹਾ ਜਾਊਗਾ ਕਿ ਤੂੰ ਕਿਸੇ ਨੂੰ ਮਾਰ ਰਿਹਾ ਹੈ, ਤਾਂ ਜਿਹੜੀ ਉਹ ਐਗਜ਼ੈਂਪਸ਼ਨ ਹੈ ਉਹਨੂੰ ਰਾਈਟ ਹੈ ਹੈਂਗਿੰਗ ਦਾ, ਉਹ ਹੈ ਸੈਕਸ਼ਨ 78 ਦੇ ਅੰਦਰ। ਸੋ ਸੈਕਸ਼ਨ 78 ਆਫ IPC। ਨੈਕਸਟ ਇਜ਼ ਰਾਈਟ ਆਫ ਪ੍ਰਾਈਵੇਟ ਡਿਫੈਂਸ। ਸੋ ਜਿਹੜਾ ਰਾਈਟ ਆਫ ਪ੍ਰਾਈਵੇਟ ਡਿਫੈਂਸ ਹੈ ਇਹਦੇ ਉੱਤੇ ਕੁਝ ਰਿਸਟ੍ਰਿਕਸ਼ਨਸ ਨੇ ਜਿਹੜੀਆਂ ਸੈਕਸ਼ਨ 99 ਦੇ ਅੰਦਰ ਨੇ। So right of private defense is subject to restriction contained in section 99 of IPC. Right given by article 32. So ਜਿਹੜਾ writ ਦਾ right ਹੈ ਆਪਣੇ fundamental rights ਨੂੰ ਆਪਾਂ execute ਕਰਵਾਉਣਾ ਹੈ courts ਤੋਂ, ਸੋ ਜਿਹੜਾ ਇੱਕ ਆਪਣੇ ਕੋਲ right ਹੈ ਇਹਦਾ right answer ਹੈ option B ਕਿ ਇਹ right ਆਪਣੇ ਤੋਂ ਕੋਈ ਨਹੀਂ ਲੈ ਸਕਦਾ, cannot be abrogated unless constitution itself is amended. Next is right granted under article 32 can be suspended. So ਜਿਹੜਾ right ਹੈ ਇਹ ਕਦੋਂ suspend ਹੋ ਸਕਦਾ ਹੈ ਤੇ ਇਹਦਾ right answer ਹੈ option D ਜਦੋਂ emergency ਲੱਗੀ ਹੋਵੇ। According to section 25-26, what constitutes an
essential part of religion, religious practice is to be decided by the court on the basis of, so ਇਹਦਾ right answer ਹੈ ਕਿ court decide ਕਰੂਗੀ particular religion ਦੇ doctrines ਦੇ, ਉਹਦੇ ਜਿਹੜੇ ਸਿਧਾਂਤ ਨੇ ਕਿਸੇ ਵੀ religion ਦੇ, ਉਹਦੇ ਆਧਾਰ ਦੇ ਉੱਤੇ decision ਲਊਗੀ ਜਦੋਂ ਵੀ ਗੱਲ ਆਰਟੀਕਲ 25 ਜਾਂ 26 ਦੀ ਆਉਂਦੀ ਹੈ। ਸੋ ਜਿਹੜਾ ਵੀ religion question ਚ ਹੋਊਗਾ court ਉਸ religion ਦੇ ਹੀ doctrines ਨੂੰ consider ਕਰੂ। Next is right of disabled employee as equal citizen not to be defeated by their superior and they have no right to defeat their lawful right. So disabled employees ਦੇ rights ਦੀ ਗੱਲ ਹੋਈ ਸੀ option C Bhagwan Das versus Punjab State Electricity Board, very important judgment. In case of A.K. Gopalan versus State of Madras, Preventive Detention Act 1950 was found conflicting with two articles. So इस केस के मुताबिक जिहड़ा Preventive Detention Act है ਉਹ ਕਿਹੜੇ ਦੋ constitution ਦੇ articles ਦੇ ਨਾਲ conflict ਵਿੱਚ ਪਾਇਆ ਜਾ ਰਿਹਾ ਸੀ। So right answer ਹੈ option B article 19 and 21. The word illegal is applicable to everything. So word illegal ਇਹਦਾ right answer ਹੈ option D ਹਰ ਉਸ ਚੀਜ਼ ਉੱਤੇ ਅਪਲਾਈ ਹੁੰਦਾ ਹੈ ਜਿਹੜਾ ਇੱਕ offense ਹੈ, ਜਿਹੜਾ law ਦੇ ਦੁਆਰਾ prohibited ਹੈ ਜਾਂ ਜਿਹੜਾ ਇੱਕ ground ਦਿੰਦਾ ਹੈ civil action ਦੇ ਲਈ। Which section of IPC deals with solitary confinement? So ਜਦੋਂ ਕਿਸੇ ਨੇ ਕੋਈ ਬਹੁਤ ਹੀ ਜ਼ਿਆਦਾ heinous crime ਕੀਤਾ ਹੁੰਦਾ ਹੈ ਜਾਂ ਕੋਈ dangerous criminal ਹੈ, ਸੋ ਉਹਨੂੰ ਬਿਲਕੁਲ ਇਕੱਲੇ ਰੱਖਿਆ ਜਾਂਦਾ ਹੈ solitary confinement. ਸੋ ਉਹ solitary confinement ਦੀ ਗੱਲ ਹੁੰਦੀ ਹੈ section 73 ਦੇ ਅੰਦਰ। Next is conspiring to commit certain offence against the state. ਤੁਸੀਂ ਆਪਣੀ ਸਰਕਾਰ ਦੇ ਖਿਲਾਫ, ਆਪਣੇ ਦੇਸ਼ ਦੀ ਜਿਹੜੀ ਸਰਕਾਰ ਹੈ ਮੌਜੂਦਾ, ਉਹਦੇ ਖਿਲਾਫ ਕੋਈ ਛੜਯੰਤਰ ਰਚ ਰਹੇ ਹੋ, ਕੋਈ offence ਕਰਨ ਲਈ conspire ਕਰ ਰਹੇ ਹੋ, ਤਾਂ ਉਹਦੇ ਲਈ section ਹੈ option B 121A. Assaulting or obstructing public servant, very important section. ਜੇ ਤੁਸੀਂ ਕਿਸੇ ਵੀ public servant ਨੂੰ, ਕੋਈ ਪੁਲਿਸ officer ਹੈ, ਕੋਈ ਵੀ ਹੈ ਜਿਹੜਾ ਕਿਤੇ ਦੰਗੇ ਵਗੈਰਾ ਹੋ ਰਹੇ ਨੇ, ਉਹਨਾਂ ਨੂੰ ਰੋਕ ਰਿਹਾ ਤੇ ਤੁਸੀਂ ਉਹਦੇ ਕੰਮ 'ਚ ਰੁਕਾਵਟ ਪੈਦਾ ਕਰ ਰਹੇ ਹੋ, ਤਾਂ ਉੱਥੇ ਜਿਹੜਾ section ਹੈ IPC ਦਾ ਉਹ ਹੈ section 152. Assaulting or obstructing public servant when suppressing right etc. is dealt under. Harboring person hired for an unlawful assembly is dealt with. ਤੁਸੀਂ unlawful assembly ਵਾਲੇ ਜਿਹੜੇ members ਨੇ ਉਹਨਾਂ ਦੀ ਮਦਦ ਕਰ ਰਹੇ ਹੋ, ਸੋ ਉਹਦੇ ਲਈ section ਹੈ 157 of IPC. Sedition, very very important section, ਬਾਰ exams ਵਿੱਚ repeat ਹੁੰਦਾ ਹੈ। ਸੋ sedition ਇੱਕ offense ਹੈ ਜਿਹਨੂੰ constitutionally valid ਕਰਾਰਿਆ ਗਿਆ ਸੀ। ਪਹਿਲੀ ਚੀਜ਼ ਤਾਂ ਇਹਦਾ ਇੱਕ case ਬਹੁਤ important ਹੈ, ਤੁਹਾਨੂੰ exam ਦੇ ਵਿੱਚ directly as it is case ਦਾ ਨਾਮ ਪੁੱਛਿਆ ਜਾ ਸਕਦਾ ਹੈ ਕਿਹਦੇ ਵਿੱਚ ਇਹਨੂੰ sedition ਨੂੰ valid ਕਰਾ ਰਿਹਾ ਸੀ। ਸੋ ਕੇਦਾਰਨਾਥ versus State of Bihar 1962 ਦੀ ਸੁਪਰੀਮ ਕੋਰਟ ਦੀ ਬਹੁਤ important judgment ਹੈ ਤੇ ਇਹਦੇ ਲਈ IPC ਦੇ ਅੰਦਰ section ਕਿਹੜਾ ਹੈ? ਸੋ section is very very important. Right answer is option A 124A. Public servant disobeying a direction of law with intent to cause is dealt under. ਸੋ ਜੇ ਕੋਈ ਪਬਲਿਕ ਸਰਵੈਂਟ ਜਿਵੇਂ ਪੁਲਿਸ ਆਫਿਸਰ ਹੋ ਗਿਆ ਜਾਂ ਕੋਈ ਵੀ law ਦੀ ਡਾਇਰੈਕਸ਼ਨ ਨੂੰ disobey ਕਰ ਰਿਹਾ, ਮੰਨ ਨਹੀਂ ਰਿਹਾ, ਤਾਂ ਉਹਦੇ ਲਈ section ਹੈ option C 166 of IPC. Personating public servant, ਤੁਸੀਂ ਕੋਈ ਨਕਲੀ ਪੁਲਿਸ ਵਾਲਾ ਬਣ ਕੇ ਜਾ ਰਹੇ ਹੋ, ਤਾਂ ਉਹਦੇ ਲਈ section ਹੈ option B 170 of IPC. Bribery is dealt under, ਰਿਸ਼ਵਤ ਲੈ ਰਹੇ ਹੋ, option D 171E of IPC. Rajya Sabha passed which bill to amend existing offences and add new offences to SC/ST Prevention of Atrocities Act 1989. ਸੋ ਇਹਦੇ ਲਈ ਜਿਹੜਾ ਬਿੱਲ ਪਾਸ ਕੀਤਾ ਸੀ ਰਾਜ ਸਭਾ ਨੇ ਉਹ ਹੈ option 2 SC and ST Prevention of Atrocity Amendment Bill 2015. Next is ਕਿਹੜਾ section ਹੈ SC/ST Act ਦਾ ਜਿਹੜਾ ਪਾਵਰ ਦਿੰਦਾ state government ਨੂੰ to impose collective fine. So ਇਹਦੇ ਲਈ section ਹੈ option A 16. Punishment for contravention in relation to manufactured drugs and preparation
is provided in section dash of Narcotic Drug and Psychotropic Substance Act 1985. So ਇਹਦੇ ਲਈ section ਹੈ ਜਿਹਦੇ ਅੰਦਰ punishment ਹੈ option C 21. According to provision given under NDPS Act. So ਇਹਨਾਂ ਵਿੱਚੋਂ ਕਿਹੜੀ statement ਸਹੀ ਹੈ? So right statement ਹੈ ਇਸ act ਦੇ ਮੁਤਾਬਿਕ option A. Opium and coca cultivation gathering can be permitted and regulated only by central government. So ਸਿਰਫ ਕਿਸੇ ਦੇਸ਼ ਦੀ especially ਉਰੇ ਹੁਣ NDPS Act ਇੰਡੀਆ ਨਾਲ ਰਿਲੇਟਡ ਹੈ ਸੋ ਇੰਡੀਅਨ ਗਵਰਨਮੈਂਟ ਹੀ ਸਿਰਫ ਪਰਮਿਸ਼ਨ ਦੇ ਸਕਦੀ ਹੈ ਵੀ ਕਿਤੇ ਓਪੀਅਮ ਜਾਂ ਕੋਕੇਨ ਦੀ ਕਲਟੀਵੇਸ਼ਨ ਹੋਣੀ ਹੈ। Section 12 of POCSO Act 2012 deal with. So ਇਸ ਐਕਟ ਦਾ section 12 ਡੀਲ ਕਰਦਾ ਹੈ sexual harassment ਦੀ punishment ਦੇ ਨਾਲ। Next is very important section. So ਕਿਹੜਾ section ਹੈ POCSO Act ਦਾ ਜਿਹੜਾ ਡੀਲ ਕਰਦਾ with punishment for storage of pornographic material involving child. So ਇਹਦੇ ਲਈ ਹੈ section A 15. Next is which section of Domestic Violence Act 2005 deals with duties and function of protection officer. So ਜਿਹੜਾ ਇਹ 2005 ਦਾ Domestic Violence Act ਹੈ ਇਹਦੇ ਵਿੱਚ ਜਿਹੜੇ protection officer ਨੇ ਉਹਨਾਂ ਦੇ ਕਿਹੜੇ ਕੰਮ ਨੇ ਕਿਹੜੀਆਂ duties ਨੇ ਉਹਨਾਂ ਦੀ ਗੱਲ ਹੋ ਰਹੀ ਹੈ option B section 9 ਦੇ ਅੰਦਰ। Next ਜਿਹੜੇ proceedings ਨੇ ਕੋਈ ਵੀ case court ਨੇ ਇਹਦੇ ਅੰਦਰ handle ਕਰਨਾ ਹੈ ਉਹ secrecy ਵਿੱਚ ਹੋਊਗਾ ਜਿਹੜੇ parties ਨੇ ਉਹਨਾਂ ਦੀ ਜਿਹੜੀ open hearing ਨਹੀਂ ਹੋਊਗੀ so proceedings to be held in camera ਇਹਦੇ ਲਈ section ਹੈ option A 16। Which section of Domestic Violence Act deals with duties of police officer, service provider, magistrate? So ਇਹਨਾਂ ਦੀ duties ਲਈ section ਹੈ 5। Under the PFA Act, so ਇਹ ਆਪਣਾ food adulteration ਵਾਲਾ act ਹੈ ਕਿਹੜੇ food ਨੂੰ adulterated food ਕਿਹਾ ਗਿਆ so ਇਹਦਾ right answer ਹੈ option D if any ingredient is injurious to health, if it is obtained from a deceased animal, if spices are sold without their essence. In which year a act passed ਕਿਹੜੇ ਸਾਲ ਦੇ ਵਿੱਚ ਹੋਇਆ so year is very important, right answer is option B 1954. Next is Punjab Travel Professional Regulation Act 2012. So ਇਹ ਐਕਟ ਕਿਹੜੀ ਇੱਕ ਪ੍ਰੋਬਲਮ ਨੂੰ ਕਰਟੇਲ ਕਰਨ ਲਈ ਉਹਦੇ ਉੱਤੇ ਰੋਕ ਲਗਾਉਣ ਦੇ ਲਈ ਲਿਆਂਦਾ ਗਿਆ ਸੋ ਇਹ ਪ੍ਰੋਬਲਮ ਹੈ ਆਪਸ਼ਨ A ਹਿਊਮਨ ਟ੍ਰੈਫਿਕਿੰਗ ਦੀ। ਸੋ ਬੇਸਿਕਲੀ ਜਿਹੜਾ ਇਹ ਐਕਟ ਹੈ ਪਹਿਲਾਂ ਤੁਸੀਂ ਇਹ ਸਿੰਪਲ ਸਮਝ ਲਓ ਵੀ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦਾ ਸਿੰਪਲ ਜਿਹਾ ਮਤਲਬ ਹੈ ਵੀ ਜਿਹੜੇ ਵੀ ਏਜੰਟ ਬਾਹਰ ਭੇਜਦੇ ਨੇ ਲੋਕਾਂ ਨੂੰ ਉਹਨਾਂ ਦੇ ਕੰਮ ਦੇ ਉੱਤੇ ਇੱਕ ਪ੍ਰੋਪਰ ਚੈੱਕ ਲਗਾਉਣ ਦੇ ਲਈ ਕੋਈ ਇਲੀਗਲ ਤਰੀਕੇ ਨਾਲ ਬਾਹਰ ਨਾ ਭੇਜੇ ਲੋਕਾਂ ਦਾ ਕੋਈ ਗਲਤ ਇਸਤੇਮਾਲ ਨਾ ਕਰੇ ਜ਼ਿਆਦਾ ਪੈਸੇ ਨਾ ਲਵੇ ਜਾਂ ਫਿਰ ਜਿਵੇਂ ਅਰਬ ਕੰਟਰੀਜ਼ ਵਗੈਰਾ ਦੇ ਵਿੱਚ ਹਿਊਮਨ ਟ੍ਰੈਫਿਕਿੰਗ ਹੁੰਦੀ ਸੀ ਇਧਰੋਂ ਗਲਤ ਏਜੰਟ ਫਸਾ ਦਿੰਦੇ ਸੀ ਲੋਕਾਂ ਨੂੰ ਸੋ ਉਹ ਸਾਰੀਆਂ ਚੀਜ਼ਾਂ ਨੂੰ ਰੈਗੂਲੇਟ ਕਰਨ ਦੇ ਲਈ ਇਸ ਐਕਟ ਨੂੰ ਲਿਆਂਦਾ ਗਿਆ। ਸੋ ਨੈਕਸਟ ਕੁਐਸਚਨ ਹੈ ਅੰਡਰ ਵਿਚ ਸੈਕਸ਼ਨ ਆਫ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ punishment is prescribed for people who start business of travel agency in violation of provision of this act. So ਇਹਦਾ right answer ਹੈ option B section 13। ਇਸ ਐਕਟ ਦੇ ਅੰਦਰ 2015 ਵਿੱਚ ਇੱਕ amendment ਲੈ ਕੇ ਆਏ। So after 2015 amendment, how much fees is to be paid by those who are in business for over 5 years? So ਉਹਨਾਂ ਦੇ ਲਈ fees ਹੈ option A 1 lakh। As per Juvenile Justice Act 2015, which of the following children can be kept in special home? So special home ਵਿੱਚ ਉਹਨਾਂ ਬੱਚਿਆਂ ਨੂੰ ਰੱਖਿਆ ਜਾਊਗਾ who are in conflict with law. Juvenile Justice Protection of Children Act ਕਿਹੜੇ ਸਾਲ ਵਿੱਚ ਪਾਸ ਹੋਇਆ? So the year is option 3rd 2000. So ਸਭ ਤੋਂ ਪਹਿਲਾਂ ਇਹ ਐਕਟ ਆਇਆ 2000 ਵਿੱਚ। Where is the juvenile justice or children's right included in constitution? So ਜੇ ਆਪਾਂ ਆਪਣੇ ਸੰਵਿਧਾਨ ਦੀ ਗੱਲ ਕਰੀਏ ਤਾਂ ਉੱਥੇ ਬੱਚਿਆਂ ਦੇ ਰਾਈਟਸ ਦੀ ਗੱਲ ਕਿੱਥੇ-ਕਿੱਥੇ ਹੋ ਰਹੀ ਹੈ ਸੋ ਇਹਦਾ right answer ਹੈ option 4 all of the above, clause 3 of article 15, article 15 clause E, article 39 clause F। Juvenile Justice Act ਦੇ ਮੁਤਾਬਿਕ ਇੱਕ ਚਾਈਲਡ ਕੌਣ ਹੈ ਸੋ ਇਹਦਾ right answer ਹੈ option 2 ਕੋਈ ਵੀ person
ਜਿਹੜਾ 18 ਸਾਲ ਤੋਂ ਛੋਟੀ ਉਮਰ ਦਾ ਹੈ ਉਹਨੂੰ ਚਾਈਲਡ ਕਿਹਾ ਗਿਆ। ਨੈਕਸਟ ਇਜ਼ ਇੰਟੌਕਸੀਕੇਟਿੰਗ ਡਰੱਗ ਦੀ ਡੈਫੀਨੇਸ਼ਨ ਪੰਜਾਬ ਐਕਸਾਈਜ਼ ਐਕਟ 1914 ਦੇ ਅੰਦਰ ਕਿਹੜੇ ਸੈਕਸ਼ਨ ਵਿੱਚ ਹੈ? ਸੋ ਇਹਨੂੰ ਡਿਫਾਈਨ ਕਰਦਾ ਹੈ ਆਪਸ਼ਨ ਬੀ ਸੈਕਸ਼ਨ 3 ਸਬਸੈਕਸ਼ਨ 13। ਨੈਕਸਟ ਵੈਰੀ ਇੰਪੋਰਟੈਂਟ ਸੈਕਸ਼ਨ 4 ਹੈ ਜਿਹੜਾ ਐਕਸਾਈਜ਼ ਐਕਟ ਦਾ, ਪੰਜਾਬ ਐਕਸਾਈਜ਼ ਐਕਟ ਦਾ, ਇਹ ਕਿਹਨੂੰ ਪਾਵਰ ਦਿੰਦਾ ਹੈ ਕਿ ਉਹ ਡਿਕਲੇਅਰ ਕਰ ਸਕਦਾ ਹੈ ਕਿਸੇ ਵੀ ਪੋਰਸ਼ਨ ਨੂੰ ਇਸ ਐਕਟ ਦੇ ਪਰਪਸ ਦੇ ਲਈ ਕੰਟਰੀ ਲਿਕਵਰ ਜਾਂ ਫਿਰ ਫੋਰਨ ਲਿਕਵਰ। ਸੋ ਜਿਹੜੀ ਕੈਟੇਗਰਾਈਜ਼ੇਸ਼ਨ ਹੈ ਇਹਦੀ ਪਾਵਰ ਦਿੱਤੀ ਹੈ ਆਪਸ਼ਨ ਏ LG ਆਫ ਦਿੱਲੀ। Explosive Substances Act 1908 has to be read with which section of IPC? ਸੋ ਜਿਹੜਾ ਇਹ ਐਕਟ ਹੈ ਇਹਦੇ ਨਾਲ ਰਿਲੇਟਡ ਜਿਹੜਾ IPC ਦਾ ਸੈਕਸ਼ਨ ਹੈ ਉਹ ਹੈ ਆਪਸ਼ਨ ਸੀ ਸੈਕਸ਼ਨ 286। ਨੈਕਸਟ ਐਕਸਪਲੋਸਿਵ ਸਬਸਟੈਂਸ ਐਕਟ ਦੇ ਅੰਦਰ ਪਨਿਸ਼ਮੈਂਟਸ ਕਿਹੜੇ ਸੈਕਸ਼ਨ ਦੇ ਅੰਦਰ ਨੇ? ਸੋ ਪਨਿਸ਼ਮੈਂਟ ਦੇ ਲਈ ਸੈਕਸ਼ਨ ਹੈ ਆਪਸ਼ਨ ਬੀ 3 ਤੋਂ ਲੈ ਕੇ 7। Unlawful Activity Prevention Act ਕਿਹੜੇ ਸਾਲ ਵਿੱਚ ਪਾਸ ਹੋਇਆ? ਸੋ UAPA Act was passed in option D 1967। Who does the Unlawful Activity Prevention Act 1967 apply to from? ਸੋ ਇਹਨਾਂ ਦੇ ਵਿੱਚੋਂ ਜਿਹੜਾ ਇਹ ਐਕਟ ਹੈ ਇਹ ਸਾਰਿਆਂ ਦੇ ਉੱਤੇ ਅਪਲਾਈ ਹੁੰਦਾ ਹੈ citizen of India, outside India, person in service of government, person on ship, aircraft, registered in India। As per UAPA Act, who is liable to be punished? So punishment ਦੇ ਲਈ ਕੌਣ liable ਹੈ ਇਸ ਐਕਟ ਦੇ ਮੁਤਾਬਿਕ? So the right answer ਹੈ option 3 both first and second। Whoever advocate, abet, advise, incite, commission of any unlawful activity, whoever assist, ਚਾਹੇ ਕੋਈ ਮਦਦ ਕਰ ਰਿਹਾ ਜਾਂ ਕੋਈ ਆਪ ਕਰ ਰਿਹਾ ਕੋਈ ਵੀ unlawful activity ਜਿਹਨੂੰ unlawful ਇਸ ਐਕਟ ਦੇ ਸੈਕਸ਼ਨ 3 ਦੇ ਅੰਦਰ declare ਕੀਤਾ ਹੋਇਆ। Which of the following statement is true regarding UAPA? ਸੋ ਇਹ ਦੋਨੋਂ ਸਟੇਟਮੈਂਟ ਹੀ ਸਹੀ ਨੇ ਇਸ ਐਕਟ ਨੂੰ ਲੈ ਕੇ। ਇੱਕ ਤਾਂ ਇਹਦੇ ਅੰਦਰ ਹਾਈਐਸਟ ਪਨਿਸ਼ਮੈਂਟ ਹੈ ਡੈਥ ਪੈਨਲਟੀ ਤੇ ਲਾਈਫ ਇੰਪ੍ਰਿਜ਼ਨਮੈਂਟ। ਦੂਜਾ ਇਸ ਐਕਟ ਦੇ ਅੰਦਰ ਵੈਰੀ ਇੰਪੋਰਟੈਂਟ ਥਿੰਗ ਟੂ ਨੋਟ ਡਾਊਨ ਕਿ ਇੰਡੀਅਨ ਤੇ ਫੋਰਨ ਨੈਸ਼ਨਲ ਦੋਨਾਂ ਨੂੰ ਚਾਰਜ ਕਰ ਸਕਦੇ ਹਾਂ। ਸੋ ਰਾਈਟ ਆਨਸਰ ਇਜ਼ ਆਪਸ਼ਨ 3 both 1 and 2। Next is who does UAPA empower to grant approval of seizure or attachment of property during case investigation? So ਇਹ power approval ਦੀ ਦਿੱਤੀ ਹੈ option A NIA ਨੂੰ। Next is Arms Act 1959 ਦਾ section 25 ਕਿਸ ਚੀਜ਼ ਨਾਲ ਡੀਲ ਕਰਦਾ ਹੈ? So section 25 deals with punishment for certain offences। Which section of Arms Act deal with license for manufacture, sale, etc. of arms and ammunition? So ਕਿਸੇ ਵੀ ਹਥਿਆਰਾਂ ਦਾ ਲਾਇਸੈਂਸ ਹੈ ਮੈਨੂਫੈਕਚਰਿੰਗ ਦਾ ਸੇਲ ਦਾ ਉਹਦੀ ਗੱਲ ਹੋ ਰਹੀ ਹੈ ਆਪਸ਼ਨ ਸੀ ਸੈਕਸ਼ਨ 5 ਦੇ ਅੰਦਰ। ਜਿਹੜਾ ਅਮੈਂਡਮੈਂਟ ਬਿੱਲ ਆਇਆ ਸੀ ਆਰਮਸ ਨੂੰ ਲੈ ਕੇ ਆਰਮਸ ਅਮੈਂਡਮੈਂਟ ਬਿੱਲ 2019 ਉਹਨੇ ਫਾਇਰ ਆਰਮ ਲਾਇਸੈਂਸ ਦੀ ਜਿਹੜੀ ਡਿਊਰੇਸ਼ਨ ਸੀ ਉਹਨੂੰ 3 ਸਾਲ ਤੋਂ ਇਨਕਰੀਜ਼ ਕਰਕੇ ਕਿੰਨੇ ਸਾਲ ਕਰਤਾ? ਸੋ ਇਹਦਾ ਰਾਈਟ ਆਨਸਰ ਹੈ ਆਪਸ਼ਨ A 5 year। Which section of Prevention of Corruption Act 1988 deals with offence relating to bribing a public servant by a commercial organization? Very important। ਤੁਸੀਂ ਕਿਸੇ ਸਰਕਾਰੀ ਮੁਲਾਜ਼ਮ ਨੂੰ ਰਿਸ਼ਵਤ ਦੇ ਰਹੇ ਹੋ ਤੇ ਉਹ ਕੌਣ ਦੇ ਰਿਹਾ? ਕੋਈ ਕਮਰਸ਼ੀਅਲ ਆਰਗੇਨਾਈਜੇਸ਼ਨ ਦੇ ਰਹੀ ਹੈ। ਸੋ ਇਹਦੇ ਲਈ ਸੈਕਸ਼ਨ ਹੈ ਆਪਸ਼ਨ B 9। Which section of Prevention of Corruption Act deals with procedure and power of special judge? So ਇਹਦੀ ਗੱਲ ਹੋ ਰਹੀ ਹੈ ਆਪਸ਼ਨ C section 5 ਦੇ ਅੰਦਰ। Next section 12 ਕਿਸ ਚੀਜ਼ ਨਾਲ ਡੀਲ ਕਰਦਾ ਹੈ? ਸੋ ਇਸ ਐਕਟ ਦਾ section 12 ਡੀਲ ਕਰਦਾ ਹੈ ਆਪਸ਼ਨ A punishment for abatement of offences। Essential Commodities Act 1955 aims at controlling production, supply, distribution of essential commodity। So ਇਹਦਾ general aim and objective ਹੈ question ਦੇ ਵਿੱਚ checking inflationary trend। ਸੋ ਇੱਕ ਤਾਂ ਕੰਟਰੋਲ ਕਰਨਾ ਕਿਸੇ ਵੀ ਜਿਹੜੀ ਜ਼ਰੂਰੀ ਚੀਜ਼ਾਂ ਨੇ ਜਿਹਨੂੰ ਆਪਾਂ essential commodity ਕਹਿੰਦੇ ਆ ਉਹਨਾਂ ਦੀ ਪ੍ਰੋਡਕਸ਼ਨ ਸਪਲਾਈ ਡਿਸਟ੍ਰੀਬਿਊਸ਼ਨ ਉਹਨਾਂ ਨੂੰ ਕੰਟਰੋਲ ਕਰਨਾ ਇਸ ਐਕਟ ਦਾ ਮੇਨ ਮਕਸਦ ਹੈ। ਦੂਜਾ ਕੋਈ ਪ੍ਰਾਈਸਿਸ ਦੇ ਵਿੱਚ
ਬਿਨਾਂ ਮਤਲਬ ਤੋਂ ਜ਼ਿਆਦਾ ਹਾਈ ਪ੍ਰਾਈਸ ਨਾ ਦੇਵੇ, ਇਨਫਲੇਸ਼ਨ ਨਾ ਆਵੇ, ਉਸ ਚੀਜ਼ ਦੇ ਉੱਤੇ ਚੈੱਕ ਲਗਾਉਣਾ। ਤੀਜਾ, ਬਰਾਬਰ ਦੀ ਸਪਲਾਈ, ਬਰਾਬਰ ਦਾ ਕੰਟਰੀਬਿਊਸ਼ਨ, ਇਸ ਚੀਜ਼ ਨੂੰ ਇਨਸ਼ੋਰ ਕਰਨਾ। ਸੋ ਆਪਸ਼ਨ ਏ ਇਜ਼ ਦ ਰਾਈਟ ਆਂਸਰ। Next, which of the following commodity are covered under Essential Commodities Act? So ਇਹਨਾਂ ਦੇ ਵਿੱਚੋਂ option A is the right answer. Fertilizer and coal, these are essential commodity. Under which list of Schedule 7 of Constitution of India subject disaster listed? So ਇਹਨਾਂ ਦੇ ਵਿੱਚੋਂ ਕਿਸੇ ਵੀ ਲਿਸਟ ਵਿੱਚ disaster ਦੀ ਗੱਲ ਨਹੀਂ ਹੋ ਰਹੀ। So right answer ਹੈ option 4th, none of the above. Next, National Center for Disaster Management, established in 1995 on the call of UN. So ਇਹਦਾ ਨਾਮ ਬਦਲ ਕੇ ਕੀ ਰੱਖ ਦਿੱਤਾ ਗਿਆ? So ਹੁਣ ਇਹਦਾ ਨਾਮ ਹੈ option 2, National Institute of Disaster Management. Next is disaster management ਦੀਆਂ 4 stages ਕਿਹੜੀਆਂ ਨੇ? So ਇਹਦਾ right answer ਹੈ option 3rd, preparedness, response, recovery, mitigation. ਨੈਕਸਟ ਹੈ ਜਿਹੜੀ ਸਟੇਟ ਲੈਵਲ ਦੀ ਡਿਜ਼ਾਸਟਰ ਮੈਨੇਜਮੈਂਟ ਦੀ ਇੱਕ ਐਸੋਸੀਏਸ਼ਨ ਹੈ, ਉਹਦੇ ਜਿਹੜਾ ਵਾਈਸ ਚੇਅਰਪਰਸਨ ਹੈ ਉਹਨੂੰ ਕੌਣ ਸਿਲੈਕਟ ਕਰਦਾ ਹੈ? ਸੋ ਹੂ ਹੈਜ਼ ਦ ਅਥਾਰਟੀ ਟੂ ਸਿਲੈਕਟ ਦ ਵਾਈਸ ਚੇਅਰਪਰਸਨ ਆਫ SDMA? ਸੋ ਵਾਈਸ ਚੇਅਰਪਰਸਨ ਨੂੰ ਸਿਲੈਕਟ ਕਰਦਾ ਆਪਸ਼ਨ 2, ਚੀਫ ਮਿਨਿਸਟਰ। ਫੁੱਲ ਫਾਰਮ ਆਫ DDMA? ਸੋ DDMA ਦੀ ਫੁੱਲ ਫਾਰਮ ਹੈ ਆਪਸ਼ਨ 2, District Disaster Management Authority. ਸੋ ਇਸ ਐਕਟ ਦੇ ਅੰਦਰ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਐਕਟ ਹੈ, 3 ਲੈਵਲ ਦੀਆਂ ਅਥਾਰਟੀਜ਼ ਨੇ, ਨੈਸ਼ਨਲ, ਸਟੇਟ ਐਂਡ ਡਿਸਟ੍ਰਿਕਟ। In which section of IPC punishment for disobeying provision of Epidemic Disease Act 1897 is mentioned? ਸੋ ਜਿਹੜਾ ਇਹ ਐਕਟ ਹੈ ਪਲੱਸ IPC ਦਾ ਰਿਲੇਸ਼ਨ ਪਲੱਸ ਪੁਲਿਸ ਆਫੀਸਰ ਦੀਆਂ ਪਾਵਰ, ਇਹ ਤਿੰਨੋਂ ਚੀਜ਼ਾਂ COVID-19 ਦੇ ਟਾਈਮ ਬਹੁਤ ਜ਼ਿਆਦਾ ਕੁਐਸਚਨ ਦੇ ਵਿੱਚ ਸੀ, ਕਿਉਂਕਿ ਜਿਹੜਾ ਆਪਾਂ ਨੂੰ ਕੁਆਰੰਟੀਨ ਕੀਤਾ, ਕੋਈ ਕੁਆਰੰਟੀਨ ਦੇ ਰੂਲਸ ਨੂੰ ਤੋੜਦਾ ਸੀ, ਕੋਈ ਲੋਕਡਾਊਨ ਦੇ ਟਾਈਮ ਬਾਹਰ ਜਾਂਦਾ ਸੀ, ਜਿਹੜਾ ਵੀ ਪਨਿਸ਼ਮੈਂਟ ਦਿੱਤੀਆਂ ਜਾਂਦੀਆਂ ਸੀ, ਲੋਕਾਂ ਨੂੰ ਜੇਲ੍ਹ ਦੇ ਅੰਦਰ ਭੇਜਿਆ ਜਾ ਰਿਹਾ ਸੀ, ਉਹ ਇੰਨਾ ਹੀ ਸੈਕਸ਼ਨਸ ਦੇ ਕਰਕੇ ਭੇਜਿਆ ਜਾ ਰਿਹਾ ਸੀ। ਸੋ IPC ਦਾ ਸੈਕਸ਼ਨ ਹੈ ਆਪਸ਼ਨ 1, ਸੈਕਸ਼ਨ 188। ਸੋ ਹੁਣ ਆਪਾਂ ਕੁਝ ਇੰਪੋਰਟੈਂਟ ਪੋਲਿਟੀ ਦੇ ਸਪੈਸ਼ਲੀ ਐਗਜ਼ੈਕਟਿਵ ਹੈਡ ਦੇ ਕੁਐਸਚਨਸ ਦੇਖਾਂਗੇ। ਸੋ ਪਹਿਲਾ ਹੈ, ਚੀਫ ਮਿਨਿਸਟਰ ਆਫ ਅ ਸਟੇਟ in India is not eligible to vote in the presidential election of. So presidential election ਦੇ ਵਿੱਚ ਉਹ eligible ਨਹੀਂ ਹੈ ਵੋਟ ਕਰਨ ਤੋਂ if he is a member of upper house in the state legislature. Next is recognition to a political party. ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਰੈਕੋਗਨਾਈਜ਼ ਕੌਣ ਕਰਦਾ ਹੈ? ਸੋ ਇਹਦਾ ਰਾਈਟ ਆਂਸਰ ਹੈ ਆਪਸ਼ਨ A, ਇਲੈਕਸ਼ਨ ਕਮਿਸ਼ਨ। Which among the following is not a part of electoral reform? Right answer is option A, installation of electronic voting machine. Chief Election Commissioner of India ਕਿਹਦੇ ਦੁਆਰਾ appoint ਕੀਤਾ ਜਾਂਦਾ ਹੈ? Option B, President. Election to House of People ਮਤਲਬ ਲੋਕ ਸਭਾ the Legislative Assembly of State in India are conducted on the basis of option D, adult franchise. To elect the President of India, which of the following election procedure is used? So President ਦੀ election ਦੇ ਲਈ ਇਹ question ਕਾਫੀ ਵਾਰੀ repeat ਹੁੰਦਾ exam ਦੇ ਵਿੱਚ, ਜਿਹੜਾ procedure ਹੈ ਉਹ ਹੈ option A, system of proportional representation by means of single transferable vote. ਪ੍ਰੈਜ਼ੀਡੈਂਟ ਦੇ ਲਈ ਮੈਕਸਿਮਮ ਏਜ ਕਿੰਨੀ ਹੈ? ਸੋ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦੇ ਲਈ ਮਿਨੀਮਮ ਪ੍ਰਿਸਕ੍ਰਾਈਬਡ ਹੈ, there is no maximum limit. So option A is the right answer, no such limit. Election Commission ਕਿੰਨਾ ਦੀਆਂ elections hold ਕਰਵਾਉਂਦਾ? So right answer is option A, Parliament, State Legislature, post of President and Vice President. What is contained in the 10th schedule of the Constitution? So 10th schedule ਦੇ ਵਿੱਚ ਦੱਸਿਆ ਹੋਇਆ ਹੈ anti-defection law, option D, provision regarding disqualification on grounds of defection. Next is ਜਿਹੜਾ president ਹੈ ਉਹਨੂੰ ਕੌਣ remove ਕਰ ਸਕਦਾ office ਤੋਂ? So President of India can be removed from his office by the Parliament, option A. How many type of emergency has been visualized in the Constitution of India?
ਸੋ ਆਪਣੇ ਕੋਲ ਤਿੰਨ ਤਰ੍ਹਾਂ ਦੀ ਐਮਰਜੈਂਸੀ ਮੈਂਸ਼ਨਡ ਹੈ, ਆਪਸ਼ਨ ਬੀ ਇਜ਼ ਦ ਰਾਈਟ ਆਨਸਰ। ਇਹਨਾਂ ਦੇ ਵਿੱਚੋਂ ਕਿਹੜੀ ਕੁਆਲੀਫਿਕੇਸ਼ਨ ਨਹੀਂ ਹੈ ਕਿਸੇ ਵੀ ਪਰਸਨ ਦੇ ਲਈ ਟੂ ਬਿਕਮ ਵਾਈਸ ਪ੍ਰੈਜ਼ੀਡੈਂਟ? ਸੋ ਉਹ ਇੰਡੀਅਨ ਹੋਣਾ ਚਾਹੀਦਾ ਹੈ, ਇਹ ਹੈ ਕੁਆਲੀਫਿਕੇਸ਼ਨ। Qualified to be a member of Rajya Sabha, this is valid qualification. Not be less than 35, this is also right. Must be a graduate. So A qualification गलत है, right answer is option D, graduate होवे ना होवे, this is not a qualification. Chief Minister of UT whenever such a setup exists is appointed by, so Chief Minister ਨੂੰ appoint करूँ option A LG। ਕਿਹੜੇ ਆਰਟੀਕਲ ਦੇ ਅੰਦਰ ਦੱਸਿਆ ਹੋਇਆ ਹੈ that president take over the administration of state in case of its constitutional machinery breakdown? So ਇਹ ਹੈ emergency ਦੇ time, option C article 356। Prime Minister, Union, Cabinet Minister, Chief Minister and Council of Minister ਇਹ ਸਾਰੇ ਕਿਹਦੇ ਮੈਂਬਰ ਨੇ? Right answer is option A NDC National Development Council। So ਇਹ question ਵੀ ਬਹੁਤ important ਹੈ। ਪ੍ਰੈਜ਼ੀਡੈਂਟ ਰੂਲ ਇਨ ਅ ਸਟੇਟ ਇਹਦਾ ਮਤਲਬ ਕੀ ਹੈ? ਸੋ ਇਹਦਾ ਮਤਲਬ ਹੈ ਕਿ ਜਿਹੜੀ ਸਟੇਟ ਹੈ ਉਹਨੂੰ ਹੁਣ ਕੌਣ ਚਲਾਊਗਾ? ਗਵਰਨਰ, ਆਪਸ਼ਨ ਸੀ। ਮਿਨੀਮਮ ਏਜ ਕਿੰਨੀ ਹੈ ਪ੍ਰਾਈਮ ਮਿਨਿਸਟਰ ਬਣਨ ਦੇ ਲਈ? ਸੋ ਟੂ ਬਿਕਮ ਪ੍ਰਾਈਮ ਮਿਨਿਸਟਰ ਆਫ ਇੰਡੀਆ ਮਿਨੀਮਮ ਏਜ ਇਜ਼ ਆਪਸ਼ਨ ਡੀ 25 ਈਅਰ। ਪ੍ਰੈਜ਼ੀਡੈਂਟ may for violation of constitution can be removed from the office by, ਸੋ ਜੇ ਸੰਵਿਧਾਨ ਦੇ ਸਿਧਾਂਤਾਂ ਦੇ ਅਗੇਂਸਟ ਪ੍ਰੈਜ਼ੀਡੈਂਟ ਜਾ ਰਿਹਾ ਤਾਂ ਉਹਨੂੰ ਆਪਾਂ ਰਿਮੂਵ ਕਰ ਸਕਦੇ ਹਾਂ ਬਾਈ ਆਪਸ਼ਨ ਸੀ impeachment। President of India is elected by an electoral college comprising of, so electoral college ਵਿੱਚ ਕੌਣ ਹੁੰਦਾ? Option B elected member of both houses of parliament and state legislative assembly। Next is if office of president of India fall vacant, ਕਿੰਨੇ ਸਮੇਂ ਦੇ ਵਿੱਚ ਦੁਬਾਰਾ ਤੋਂ next president ਦੇ ਲਈ elections ਕਰਵਾਈਆਂ ਜਾਣਗੀਆਂ? So right answer is option C within 6 months। ਇੱਕ ਸਮੇਂ ਦੇ ਉੱਤੇ ਜਿਹੜਾ ਪ੍ਰੈਜ਼ੀਡੈਂਟ ਰੂਲ ਹੈ ਮੈਕਸਿਮਮ ਕਿੰਨੇ ਟਾਈਮ ਦੇ ਲਈ ਇੰਪੋਜ਼ ਕੀਤਾ ਜਾ ਸਕਦਾ ਹੈ ਕਿਸੇ ਵੀ ਸਟੇਟ ਉੱਤੇ? ਸੋ ਰਾਈਟ ਆਨਸਰ ਇਜ਼ ਆਪਸ਼ਨ A 1 ਈਅਰ। ਇੰਡੀਆ ਦੇ ਵਿੱਚ ਪਲਾਨਿੰਗ ਕਮਿਸ਼ਨ ਦਾ ਚੇਅਰਮੈਨ ਕੌਣ ਹੈ? ਵੈਰੀ ਇੰਪੋਰਟੈਂਟ ਤੇ ਮੋਸਟ ਰੈਪੀਟੀਟਿਵ ਕੁਐਸਚਨ ਅੱਜ ਕੱਲ੍ਹ ਪੋਲਿਟੀ ਦਾ, ਆਪਸ਼ਨ B ਪ੍ਰਾਈਮ ਮਿਨਿਸਟਰ। ਨੈਕਸਟ ਇਜ਼ UPSC ਜਿਹੜਾ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਹੈ ਉਹਦੇ ਚੇਅਰਮੈਨ ਨੂੰ ਕੌਣ ਅਪਾਇੰਟ ਕਰਦਾ ਹੈ? So right answer is option A president। Which of the following is correct regarding governor of a state? So governor ਨੂੰ ਲੈ ਕੇ B C D ਇਹ ਤਿੰਨੋਂ option ਸਹੀ ਨੇ। Right answer is option A। He can be recommend to the president to impose president rule in the state। No money bill can be introduced in the state legislature without his prior permission। He has the power of issuing ordinances when the legislature is not in session। Next is State Public Service Commission ਦੇ chairman members ਨੂੰ ਕੌਣ appoint ਕਰਦਾ? ਸੋ ਇਹਦਾ right answer ਹੈ option C governor। ਜਦੋਂ ਕਿਸੇ ਵੀ state ਦਾ ਗਵਰਨਰ ਦੀ death ਹੋ ਜਾਵੇ ਜਾਂ resign ਦੇ ਦੇਵੇ ਤਾਂ ਜਦੋਂ ਤੱਕ ਨਵਾਂ ਗਵਰਨਰ ਨਹੀਂ appoint ਹੁੰਦਾ ਕੌਣ ਉਹਦੀ ਜਗ੍ਹਾ ਤੇ functions exercise ਕਰਦਾ ਹੈ? ਸੋ ਇਹਦਾ ਸਹੀ ਉੱਤਰ ਹੈ option A Chief Justice of the High Court। Article 78 किस चीज नाल डील करता है? So this deals with Prime Minister's duty regarding keeping the President informed about government's decision and policy। So option B is the right answer। So maximum किन्ने समय दे ਲਈ Vice President officiate कर सकता है as President? So right answer is option B 6 month। Union Council of Minister ਨੂੰ कौन appoint करता है? So these are appointed by President of India on the advice of Prime Minister। President can proclaim emergency on the written advice of, so ਲਿਖਤੀ ਦੇ ਵਿੱਚ advice ਕੌਣ ਦਊਗਾ emergency proclaim ਕਰਨ ਦੇ ਲਈ? Option B Prime Minister। Who acts as President of India when neither President nor Vice President is available? So ਜੋ ਨਾ President ਹੋਵੇ ਨਾ Vice President ਹੋਵੇ ਤਾਂ third authority ਜਿਹੜੀ act ਕਰੂ as President of India ਉਹ ਹੈ option B Chief Justice of India। How many time President of India can seek re-election to his post? So ਇਹਦੇ ਲਈ ਕੋਈ ਵੀ ਲਿਮਿਟ ਨਹੀਂ ਹੈ, ਜਿੰਨੀ ਵਾਰੀ ਮਰਜ਼ੀ ਕੋਈ ਵੀ president ਦੁਬਾਰਾ ਤੋਂ president ਦੀ position ਦੇ ਲਈ ਖੜੇ ਹੋ ਸਕਦੇ ਆ।
So right answer is option D, any number of times. So this was all about. Please do subscribe to my channel. Keep supporting Victor's Knowledge. Thank you and good luck.